सत श्री अकाल। खबरां दे बुलेटिन दे विच तुहाडा स्वागत। मैं वरुण कौर मान ते खबरां दे बुलेटिन दे स्पॉन्सर ने रीमैक्स के रियल्टर गुरजितेंद्र सिंह रंधावा। इन्हां तो हर तरीके की प्रॉपर्टी खरीदी ते बेची जा सकती है। ते हुण पेश ने पहला पंजाब मेल यूएसए टीवी दीआं खबरां दीआं सुर्खियां। ਭਾਰਤੀਆਂ ਲਈ ਅਮਰੀਕਾ ਦੇ ਵੀਜ਼ਾ ਅਪਾਇੰਟਮੈਂਟ ਨਿਯਮਾਂ ਦੇ ਵਿੱਚ ਵੱਡਾ ਬਦਲਾਅ। यूके ਵਿੱਚ ਮਹਿੰਗਾਈ ਕਾਰਨ ਭਾਰਤੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ। चीनी जसूसी गुब्बारे दे मलबे की भाल विच जुटी अमेरिकी फौज। चीन ते अमरीका विचाले फिर खड़की, अमेरिका नूं गंभीर नतीजे भुगतण की चेतावनी। अमेरिका च गोलीबारी दौरान एक दी मौत, 4 जख्मी। अमेरिकी एयरलाइनस दे विच कैंसर दे मरीज नाल होया दुर्व्यवहार। कैनेडा विच भीड़ कंट्रोल दे लई वरते जांदे 2 जंतरां ते लग सकदा है बैन। ते हुण इन्हां खबरां दा विस्तार। अमेरिका कनेडा सने देश विदेश दीआं होर बहुत सारियां खबरां। ਭਾਰਤ ਵਿੱਚ ਅਮਰੀਕੀ ਵੀਜ਼ਾ ਲਈ ਮੁਲਾਕਾਤ ਲਈ ਉਡੀਕ ਦੀ ਮਿਆਦ ਅਜੇ ਵੀ 500 ਦਿਨਾਂ ਤੋਂ ਵੱਧ ਹੈ। ਭਾਰਤ ਵਿੱਚ ਅਮਰੀਕੀ ਦੂਤਵਾਸ ਨੇ ਕਿਹਾ ਹੈ ਕਿ ਵਿਦੇਸ਼ ਜਾਣ ਵਾਲੇ ਭਾਰਤੀ ਅਮਰੀਕੀ ਦੂਤਵਾਸ ਜਾਂ ਕੌਂਸੂਲੇਟ ਵਿੱਚ ਜਾ ਕੇ ਵੀਜ਼ਾ ਅਪਾਇੰਟਮੈਂਟ ਲੈ ਸਕਦੇ ਨੇ। ਥਾਈਲੈਂਡ ਦੀ ਉਦਾਹਰਨ ਦਿੰਦੇ ਹੋਏ ਅਮਰੀਕੀ ਦੂਤਵਾਸ ਨੇ ਕਿਹਾ ਕਿ ਇੱਥੇ B1 ਅਤੇ V2 ਵੀਜ਼ਾ ਦੇ ਲਈ ਨਿਯੁਕਤੀ ਦੀ ਸਮਰੱਥਾ ਉਪਲਬਧ ਹੈ। ਇਸ ਬਾਰੇ ਅਮਰੀਕੀ ਦੂਤਵਾਸ ਨੇ ਟਵੀਟ ਕਰਦਿਆਂ ਕਿਹਾ ਕਿ ਤੁਹਾਡੀ ਆਉਣ ਵਾਲੀ ਯਾਤਰਾ ਅੰਤਰਰਾਸ਼ਟਰੀ ਹੈ। ਜੇਕਰ ਅਜਿਹਾ ਹੈ ਤਾਂ ਤੁਸੀਂ ਆਪਣੀ ਮੰਜ਼ਿਲ ਵਿੱਚ ਅਮਰੀਕੀ ਦੂਤਵਾਸ ਜਾਂ ਕੌਂਸੂਲੇਟ ਵਿੱਚ ਵੀਜ਼ਾ ਅਪਾਇੰਟਮੈਂਟ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ। ਉਦਾਹਰਨ ਦੇ ਲਈ ਥਾਈਲੈਂਡ ਦੇ ਵਿੱਚ ਐਡ US ਐਮਬੈਸੀ BKK V1 V2 ਪਲੇਸਮੈਂਟ ਸਮਰੱਥਾ ਹੈ। ਆਉਣ ਵਾਲੇ ਮਹੀਨਿਆਂ ਵਿੱਚ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਖੋਲ੍ਹਿਆ ਜਾਏਗਾ। ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਨੂੰ ਘਟਾਉਣ ਦੇ ਲਈ ਅਮਰੀਕਾ ਨੇ ਹਾਲ ਹੀ ਵਿੱਚ ਨਵੀਆਂ ਪਹਿਲ ਕਦਮੀਆਂ ਸ਼ੁਰੂ ਕੀਤੀਆਂ। ਇਸ ਵਿੱਚ ਪਹਿਲੀ ਵਾਰ ਬਿਨੇਕਾਰਾਂ ਦੇ ਲਈ ਵਿਸ਼ੇਸ਼ ਇੰਟਰਵਿਊ ਦਾ ਸਮਾਂ ਨਿਯਤ ਕਰਨਾ ਅਤੇ ਕੌਂਸਲਰ ਸਟਾਫ ਦੀ ਗਿਣਤੀ ਵਧਾਉਣਾ ਸ਼ਾਮਲ ਹੈ। ਵੀਜ਼ਾ ਬੈਕਲੌਗ ਨੂੰ ਘਟਾਉਣ ਦੇ ਲਈ ਬਹੁਪੱਖੀ ਪਹੁੰਚ ਦੇ ਹਿੱਸੇ ਵਜੋਂ ਦਿੱਲੀ ਵਿੱਚ ਅਮਰੀਕੀ ਦੂਤਵਾਸ ਅਤੇ ਬੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵਿੱਚ ਕੌਂਸਲੇਟਾਂ ਨੇ ਵੀ 21 ਜਨਵਰੀ ਨੂੰ ਵਿਸ਼ੇਸ਼ ਸ਼ਨੀਵਾਰ ਇੰਟਰਵਿਊ ਦਿਵਸ ਦਾ ਆਯੋਜਨ ਕੀਤਾ ਸੀ। US ਸਟੇਟ ਡਿਪਾਰਟਮੈਂਟ ਨੇ ਪਿਛਲੇ US ਵੀਜ਼ਾ ਲਈ ਬਿਨੇਕਾਰਾਂ ਲਈ ਇੰਟਰਵਿਊ ਛੋੜਦੇ ਕੇਸਾਂ ਦੀ ਰਿਮੋਟ ਪ੍ਰੋਸੈਸਿੰਗ ਨੂੰ ਵੀ ਲਾਗੂ ਕੀਤਾ ਹੈ। ਭਾਰਤ ਵਿੱਚ ਅਮਰੀਕੀ ਮਿਸ਼ਨ ਨੇ 2 ਹਫ਼ਤੇ ਪਹਿਲਾਂ 2,50,000 ਤੋਂ ਵੱਧ ਵਾਧੂ B1 B2 ਨਿਯੁਕਤੀਆਂ ਜਾਰੀ ਕੀਤੀਆਂ ਸੀ। ਅਮਰੀਕਾ ਦੇ ਇੱਕ ਸੀਨੀਅਰਸ ਵੀਜ਼ਾ ਅਧਿਕਾਰੀ ਨੇ ਹਾਲ ਹੀ ਵਿੱਚ ਸਮਾਚਾਰ ਏਜੰਸੀ PTI ਨੂੰ ਦੱਸਿਆ ਕਿ ਅਮਰੀਕਾ ਭਾਰਤ ਵਿੱਚ ਲੰਬੇ ਵੀਜ਼ਾ ਦੇ ਇੰਤਜ਼ਾਰ ਸਮੇਂ ਨੂੰ ਖਤਮ ਕਰਨ ਦੇ ਲਈ ਆਪਣੀ ਸਾਰੀ ਤਾਕਤ ਲਗਾ ਰਿਹਾ ਹੈ। ਇਸ ਵਿੱਚ ਭਾਰਤੀ ਵੀਜ਼ਾ ਬਿਨੇਕਾਰਾਂ ਲਈ ਕੌਂਸਲਰ ਅਫਸਰਾਂ ਦਾ ਇੱਕ ਕਾਡਰ ਭਾਰਤ ਭੇਜਣਾ ਅਤੇ ਜਰਮਨੀ ਅਤੇ ਥਾਈਲੈਂਡ ਵਰਗੇ ਹੋਰ ਵਿਦੇਸ਼ੀ ਦੂਤਵਾਸ ਖੋਲ੍ਹਣਾ ਸ਼ਾਮਲ ਹੈ। ਭਾਰਤ ਉਹਨਾਂ ਥੋੜ੍ਹੇ ਜਿਹੇ ਦੇਸ਼ਾਂ 'ਚੋਂ ਇੱਕ ਸੀ ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਯਾਤਰਾ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ US ਵੀਜ਼ਾ ਲਈ ਅਰਜ਼ੀਆਂ ਵਿੱਚ ਵੱਡੀ ਛਾਲ ਮਾਰੀ। ਭਾਰਤ ਵਿੱਚ ਪਹਿਲੀ ਵਾਰ ਵੀਜ਼ਾ ਬਿਨੇਕਾਰਾਂ ਲਈ ਲੰਬੇ ਇੰਤਜ਼ਾਰ ਦੀ ਮਿਆਦ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਨੇ। ਖਾਸ ਤੌਰ ਤੇ B1 ਅਤੇ V2 ਸ਼੍ਰੇਣੀਆਂ ਅਧੀਨ ਅਪਲਾਈ ਕਰਨ ਵਾਲਿਆਂ ਲਈ ਭਾਰਤ ਵਿੱਚ ਪਹਿਲੀ ਵਾਰ V1 V2 ਵੀਜ਼ਾ ਬਿਨੇਕਾਰਾਂ ਦੀ ਉਡੀਕ ਦੀ ਮਿਆਦ ਪਿਛਲੇ ਅਕਤੂਬਰ ਵਿੱਚ 3 ਸਾਲ ਦੇ ਕਰੀਬ ਸੀ। ਭਾਰਤੀ ਵਿਦਿਆਰਥੀਆਂ ਦਾ UK ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਚਕਨਾਚੂਰ ਹੋ ਰਿਹਾ ਹੈ। ਵੱਧਦੀ ਮਹਿੰਗਾਈ ਦੇ ਕਾਰਨ ਲਗਭਗ 4.5 ਲੱਖ ਭਾਰਤੀ ਵਿਦਿਆਰਥੀਆਂ ਵਿੱਚੋਂ 1/4 ਤੇ ਪੜ੍ਹਾਈ ਛੱਡਣ ਦਾ ਖਤਰਾ ਬਣ ਗਿਆ ਹੈ। ਪਿਛਲੇ ਸਾਲ ਹੀ ਲਗਭਗ 1,27,000 ਵਿਦਿਆਰਥੀ UK ਗਏ। ਇੱਕ ਸਮਾਚਾਰ ਏਜੰਸੀ ਨਾਲ ਗੱਲਬਾਤ ਵਿੱਚ ਕਈ ਭਾਰਤੀ ਵਿਦਿਆਰਥੀਆਂ ਨੇ ਕਿਹਾ ਹੈ ਕਿ ਉਹ ਇੱਕ ਸਮੇਂ ਦਾ ਖਾਣਾ ਨਹੀਂ ਖਾ ਰਹੇ। ਮੱਧਵਰਗੀ ਪਰਿਵਾਰਾਂ ਨਾਲ ਸੰਬੰਧਿਤ ਬਹੁਤ ਸਾਰੇ ਵਿਦਿਆਰਥੀ ਕਰਜ਼ਾ ਲੈ ਕੇ UK ਗਏ। ਇਹਨਾਂ ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਲਈ 2 ਵਕਤ ਦਾ ਖਾਣਾ ਮੁਸ਼ਕਿਲ ਹੈ, ਇਸ ਲਈ ਵਨ ਟਾਈਮ ਬਿਗ ਮੀਲ ਖਾਂਦੇ ਨੇ। ਹੁਣ ਸੁਨਕ ਸਰਕਾਰ ਪ੍ਰਵਾਸੀ ਵਿਦਿਆਰਥੀਆਂ ਲਈ ਕੰਮ ਦੇ ਘੰਟੇ ਵਧਾ ਕੇ 30 ਘੰਟੇ ਪ੍ਰਤੀ ਹਫ਼ਤੇ ਕਰਨ ਤੇ ਵਿਚਾਰ ਕਰ ਰਹੀ ਹੈ। ਇਸ ਤੇ ਵੀ UK ਸਰਕਾਰ ਤੇ ਸਖਤ ਨਿਯਮ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਾ ਰਹੇ ਨੇ। UK ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੇ ਵਿਦਿਆਰਥੀਆਂ ਨੂੰ 6 ਮਹੀਨਿਆਂ 'ਚ ਨੌਕਰੀ ਨਹੀਂ ਮਿਲਦੀ ਤਾਂ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜ ਦਿੱਤਾ ਜਾਂਦਾ ਹੈ। ਲੇਬਰ ਪਾਰਟੀ ਦੇ ਸੀਨੀਅਰ ਆਗੂ ਮੈਟ ਵੈਸਟਰਨ ਨੇ ਸਮਾਚਾਰ ਏਜੰਸੀ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਸੁਨਕ ਸਰਕਾਰ ਨੂੰ ਪ੍ਰਵਾਸੀ ਵਿਦਿਆਰਥੀਆਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਦੇ ਲਈ ਉਪਰਾਲੇ ਕਰਨੇ ਹੋਣਗੇ। ਸਟਨ ਟਰਸਟ ਦੇ ਚੇਅਰਪਰਸਨ ਸਰ ਪੀਟਰ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਪ੍ਰਵਾਸੀ ਵਿਦਿਆਰਥੀਆਂ ਲਈ ਇੱਕ ਦਿਨ ਵਿੱਚ 2 ਵਕਤ ਦਾ ਖਾਣਾ ਵੀ ਮੁਸ਼ਕਲ ਹੋ ਰਿਹਾ। ਅੱਧੇ ਤੋਂ ਵੱਧ ਵਿਦਿਆਰਥੀ ਭਾਰਤ ਵਿੱਚ ਆਪਣੇ ਘਰਾਂ ਤੋਂ ਪੈਸੇ ਮੰਗਵਾ ਰਹੇ ਨੇ।
ਔਰ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਮੱਧ ਵਰਗ ਦੇ ਵਿਦਿਆਰਥੀਆਂ ਨੇ ਆਪਣੇ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਇੱਥੇ ਪਾਰਟ ਟਾਈਮ ਨੌਕਰੀ ਕਰਨ ਬਾਰੇ ਸੋਚਿਆ ਸੀ, ਪਰ ਪਾਰਟ ਟਾਈਮ ਨੌਕਰੀ ਵੀ ਖਰਚੇ ਪੂਰੇ ਕਰਨ ਦੇ ਸਮਰੱਥ ਨਹੀਂ ਹੈ। ਅਮਰੀਕੀ ਫੌਜ ਇੱਕ ਸ਼ੱਕੀ ਚੀਨੀ ਜਸੂਸੀ ਗੁਬਾਰੇ ਦੇ ਮਲਬੇ ਦੀ ਅਜੇ ਵੀ ਭਾਲ ਕਰ ਰਹੀ ਹੈ। ਇਸ ਦੀ ਅਮਰੀਕੀ ਫੌਜ ਨੇ ਖੁਦ ਐਤਵਾਰ ਨੂੰ ਜਾਣਕਾਰੀ ਦਿੱਤੀ। ਦਰਅਸਲ ਅਮਰੀਕਾ ਨੇ ਇੱਕ ਦਿਨ ਪਹਿਲਾਂ ਇੱਕ ਚੀਨੀ ਜਸੂਸੀ ਗੁਬਾਰੇ ਨੂੰ ਡੇਗ ਦਿੱਤਾ ਸੀ, ਜਿਸ ਕਾਰਨ ਅਮਰੀਕਾ ਤੇ ਚੀਨ ਦੇ ਸੰਬੰਧ ਹੋਰ ਵੀ ਤਣਾਅਪੂਰਨ ਹੋ ਗਏ ਨੇ। ਉੱਤਰੀ ਅਮਰੀਕੀ ਐਰੋਸਪੇਸ ਡਿਫੈਂਸ ਕਮਾਂਡ ਅਤੇ ਯੂਐਸ ਨਾਰਦਰਨ ਕਮਾਂਡ ਦੇ ਕਮਾਂਡਰ ਜਨਰਲ ਗਲੇਨ ਨੇ ਕਿਹਾ, ਜਲ ਸੈਨਾ ਜਸੂਸੀ ਗੁਬਾਰੇ ਦੇ ਮਲਬੇ ਨੂੰ ਬਰਾਮਦ ਕਰਨ ਦੇ ਲਈ ਕੰਮ ਕਰ ਰਹੀ ਹੈ ਅਤੇ ਤੱਟ ਰੱਖਿਅਕ ਕਾਰਵਾਈ ਲਈ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਗੁਬਾਰੇ ਦੇ ਮਲਬੇ ਤੋਂ ਅਮਰੀਕਾ ਨੂੰ ਚਾਈਨਾ ਦੀ ਜਸੂਸੀ ਸਮਰੱਥਾ ਬਾਰੇ ਅਹਿਮ ਜਾਣਕਾਰੀ ਮਿਲ ਸਕਦੀ ਹੈ। ਅਮਰੀਕਾ ਨੇ ਦੱਖਣੀ ਕੈਰੋਲੀਨਾ ਦੇ ਤੱਟ ਤੇ ਐਟਲਾਂਟਿਕ ਮਹਾਸਾਗਰ ਵਿੱਚ ਚਾਈਨਾ ਦੇ ਨਿਗਰਾਨੀ ਗੁਬਾਰੇ ਨੂੰ ਡੇਗ ਦਿੱਤਾ ਹੈ। ਇਸ ਮਗਰੋਂ ਚਾਈਨਾ ਭੜਕ ਗਿਆ। ਚਾਈਨਾ ਨੇ ਅਮਰੀਕਾ ਨੂੰ ਸਖਤ ਚੇਤਾਵਨੀ ਦਿੱਤੀ। ਚਾਈਨਾ ਨੇ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣ ਦੇ ਲਈ ਖਬਰਦਾਰ ਕੀਤਾ। ਚਾਈਨਾ ਨੇ ਸੋਮਵਾਰ ਨੂੰ ਅਪੀਲ ਕੀਤੀ ਕਿ ਅਮਰੀਕਾ ਨੂੰ ਤਣਾਅ ਨਹੀਂ ਵਧਾਉਣਾ ਚਾਹੀਦਾ ਅਤੇ ਇਸ ਤੇ ਅੱਗੇ ਦੀ ਕਾਰਵਾਈ ਨਹੀਂ ਕਰਨੀ ਚਾਹੀਦੀ। ਚੀਨੀ ਵਿਦੇਸ਼ ਮੰਤਰਾਲਾ ਨੇ 5 ਫਰਵਰੀ ਨੂੰ ਇਸ ਸੰਬੰਧੀ ਬਿਆਨ ਜਾਰੀ ਕੀਤਾ ਸੀ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਇੱਕ ਨਾਗਰਿਕ ਮਾਨਵ ਰਹਿਤ ਹਵਾਈ ਵਾਹਨ ਤੇ ਹਮਲਾ ਕਰਨ ਲਈ ਤਾਕਤ ਦੀ ਵਰਤੋਂ ਕੀਤੀ। ਚਾਈਨਾ ਇਸ ਤੋਂ ਅਸੰਤੁਸ਼ਟ ਹੈ ਅਤੇ ਇਸ ਦਾ ਸਖਤ ਵਿਰੋਧ ਕਰਦਾ ਹੈ। ਜਾਂਚ ਤੋਂ ਬਾਅਦ ਚਾਈਨਾ ਨੇ ਕਈ ਵਾਰ ਅਮਰੀਕਾ ਨੂੰ ਕਿਹਾ ਕਿ ਮਾਨਵ ਰਹਿਤ ਹਵਾਈ ਜਹਾਜ਼ ਤੇਜ਼ ਹਵਾਵਾਂ ਕਾਰਨ ਆਪਣਾ ਰਸਤਾ ਭੁੱਲ ਗਿਆ ਸੀ ਅਤੇ ਅਮਰੀਕਾ ਦੇ ਉੱਪਰ ਚਲਾ ਗਿਆ ਸੀ, ਜਿਸ ਕਾਰਨ ਉਹ ਅਮਰੀਕਾ ਵਿੱਚ ਦਾਖਲ ਹੋ ਗਿਆ ਸੀ। ਇਹ ਦੁਰਘਟਨਾ ਹੈ। ਚਾਈਨਾ ਨੇ ਸਪਸ਼ਟ ਤੌਰ ਤੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਇਸ ਨਾਲ ਸ਼ਾਂਤ, ਪੇਸ਼ੇਵਰ ਅਤੇ ਸੰਜਮ ਨਾਲ ਨਜਿੱਠਣ। ਇਸ ਦੇ ਨਾਲ ਹੀ ਅਮਰੀਕੀ ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਇਹ ਵੀ ਕਿਹਾ ਹੈ ਕਿ ਇਹ ਹਵਾਈ ਜਹਾਜ਼ ਜ਼ਮੀਨ ਤੇ ਮੌਜੂਦ ਕਰਮਚਾਰੀਆਂ ਲਈ ਫੌਜੀ ਅਤੇ ਸਰੀਰਕ ਖਤਰਾ ਨਹੀਂ ਹੈ। ਇਸ ਸਥਿਤੀ ਦੇ ਵਿੱਚ ਅਮਰੀਕਾ ਨੇ ਤਾਕਤ ਦੀ ਵਰਤੋਂ ਤੇ ਜ਼ੋਰ ਦਿੱਤਾ। ਇਹ ਇੱਕ ਅਤਿਅੰਤ ਪ੍ਰਤੀਕਰਮ ਹੈ, ਅੰਤਰਰਾਸ਼ਟਰੀ ਨਿਯਮਾਂ ਦੀ ਘੋਰ ਉਲੰਘਣਾ ਹੈ। ਚਾਈਨਾ ਦ੍ਰਿੜਤਾ ਦੇ ਨਾਲ ਸੰਬੰਧਿਤ ਕੰਪਨੀ ਦੇ ਕਾਨੂੰਨੀ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਹੋਰ ਜ਼ਰੂਰੀ ਜਵਾਬ ਲੈਣ ਦਾ ਅਧਿਕਾਰ ਰਾਖਵਾ ਰੱਖੇਗਾ। ਇਸ ਦੇ ਨਾਲ ਹੀ ਅਮਰੀਕੀ ਹਵਾਈ ਸੈਨਾ ਦੇ F-22 ਲੜਾਕੂ ਜਹਾਜ਼ ਨੇ ਦੱਖਣੀ ਕੈਰੋਲੀਨਾ ਤੱਟ ਦੇ ਨੇੜੇ ਇੱਕ ਸਟੀਕ ਮਿਜ਼ਾਈਲ ਹਮਲੇ ਵਿੱਚ ਚੀਨੀ ਜਸੂਸੀ ਗੁਬਾਰੇ ਨੂੰ ਡੇਗ ਦਿੱਤਾ ਸੀ। ਇਹ ਗੁਬਾਰਾ ਕਰੀਬ 1 ਹਫ਼ਤੇ ਤੱਕ ਅਮਰੀਕੀ ਹਵਾਈ ਖੇਤਰ ਵਿੱਚ ਰਿਹਾ ਸੀ ਅਤੇ ਇਸ ਕਾਰਨ ਅਮਰੀਕਾ ਤੇ ਚਾਈਨਾ ਦੇ ਸੰਬੰਧਾਂ 'ਚ ਤਣਾਅ ਪੈਦਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਐਤਵਾਰ ਨੂੰ ਕੋਲੋਰਾਡੋ ਦੇ ਵਿੱਚ ਗੋਲੀਬਾਰੀ ਦੇ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋਏ ਨੇ। ਐਲ ਪਾਸੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਇੱਕ ਬਿਆਨ 'ਚ ਕਿਹਾ ਕਿ ਜਾਂਚਕਰਤਾ ਘਟਨਾ ਸਥਾਨ ਤੇ ਪਹੁੰਚੇ ਕਈ ਲੋਕਾਂ ਨੂੰ ਗੋਲੀਆਂ ਨਾਲ ਜ਼ਖਮੀ ਪਾਇਆ। 5 ਜ਼ਖਮੀਆਂ ਨੂੰ ਗੰਭੀਰ ਸੱਟਾਂ ਕਰਕੇ ਹਸਪਤਾਲ ਲਿਜਾਇਆ ਗਿਆ। ਫੌਕਸ ਨਿਊਜ਼ ਦੇ ਅਨੁਸਾਰ ਗੋਲੀਬਾਰੀ ਫਾਲਕਨ ਵਿੱਚ ਮੈਰੀਅਟ ਰੈਂਚ ਦੇ ਗੁਆਂਢ ਵਿੱਚ ਪੁਆਇੰਟ ਰੇਸ ਡਰਾਈਵ ਦੇ 12200 ਬਲਾਕ ਵਿੱਚ ਸਵੇਰੇ 1 ਵਜੇ ਤੋਂ ਪਹਿਲਾਂ ਹੋਈ। ਏਲ ਪਾਸੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਖੇਤਰ ਵਿੱਚ ਕਈ ਗੋਲੀ ਚੱਲਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਜਵਾਬ ਦਿੱਤਾ। 5 ਪੀੜਤਾਂ ਨੂੰ ਸਥਾਨਕ ਹਸਪਤਾਲਸ ਦੇ ਵਿੱਚ ਲਿਜਾਇਆ ਗਿਆ। ਜ਼ਖਮੀਆਂ ਚੋਂ ਇੱਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਐਲ ਪਾਸੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਇੱਕ ਬਿਆਨ 'ਚ ਕਿਹਾ, 5 ਫਰਵਰੀ 2023 ਨੂੰ ਲਗਭਗ 12:50 ਤੇ ਏਲ ਪਾਸੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਸੰਚਾਰ ਕੇਂਦਰ ਨੂੰ ਕਈ ਕਾਲਾਂ ਆਈਆਂ, ਜਿਸ ਵਿੱਚ ਕਈ ਗੋਲੀਆਂ ਚੱਲਣ ਦੀ ਸੂਚਨਾ ਦਿੱਤੀ ਗਈ। ਏਲ ਪਾਸੋ ਕਾਉਂਟੀ ਸ਼ੈਰਿਫ ਦਫ਼ਤਰ ਨੇ ਇੱਕ ਬਿਆਨ 'ਚ ਕਿਹਾ ਕਿ ਗੋਲੀਬਾਰੀ ਦੇ ਪਿੱਛੇ ਦੇ ਮਕਸਦ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ 에ਅਰਲਾਈਨਸ ਦੀ ਫਲਾਈਟ ਵਿੱਚ ਦਿੱਲੀ ਤੋਂ ਨਿਊਯਾਰਕ ਜਾ ਰਹੇ ਕੈਂਸਰ ਦੇ ਮਰੀਜ਼ਾਂ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ। ਔਰਤ ਦੀ ਹਾਲ ਵਿੱਚ ਸਰਜਰੀ ਹੋਈ ਸੀ। 에ਅਰਲਾਈਨ ਨੇ ਮਹਿਲਾ ਨੂੰ ਚਾਲਕ ਦਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਆਫਲੋਡ ਕਰ ਦਿੱਤਾ। ਇਸ ਦੇ ਨਾਲ ਹੀ ਔਰਤ ਦਾ ਕਹਿਣਾ ਕਿ ਉਸ ਕੋਲ ਬਹੁਤ ਭਾਰੀ ਬੈਗ ਸੀ, ਜਿਸ ਨੂੰ ਓਵਰਹੈਡ ਕੈਬਿਨ 'ਚ ਰੱਖਣ ਦੇ ਲਈ ਉਸਨੇ ਕੈਬਿਨ ਕਰੂ ਤੋਂ ਮਦਦ ਮੰਗੀ। ਔਰਤ ਦਾ ਕਹਿਣਾ ਕਿ ਨਾ ਤਾਂ ਚਾਲਕ ਦਲ ਨੇ ਉਸ ਦੀ ਮਦਦ ਕੀਤੀ ਅਤੇ ਨਾ ਹੀ ਉਸ ਨੂੰ ਫਲਾਈਟ ਤੋਂ ਉਤਰਨ ਦੇ ਲਈ ਕਿਹਾ। ਸ਼ਿਕਾਇਤਕਰਤਾ ਵੀਲਚੇਅਰ ਤੇ ਸੀ। ਅਮਰੀਕਾ 'ਚ ਰਹਿਣ ਵਾਲੀ ਮੀਨਾਕਸ਼ੀ ਸੇਨ ਗੁਪਤਾ ਨੇ ਅਮਰੀਕੀ 에ਅਰਲਾਈਨਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਦੱਸਿਆ ਕਿ ਉਸ ਕੋਲ 5 ਪਾਉਂਡ ਤੋਂ ਵੱਧ ਵਜ਼ਨ ਦਾ ਬੈਗ ਸੀ, ਜਿਸ ਨੂੰ ਚੁੱਕਣ ਦੇ ਲਈ ਉਸਨੇ ਕੈਬਿਨ ਕਰੂ ਤੋਂ ਮਦਦ ਮੰਗੀ, ਪਰ ਸਟਾਫ ਨੇ ਉਸ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਦੀ ਬੇਟੀ ਨੇ ਸੋਸ਼ਲ ਮੀਡੀਆ ਤੇ ਅਮਰੀਕੀ 에ਅਰਲਾਈਨਸ ਨੂੰ ਟੈਗ ਕਰਦੇ ਹੋਏ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਸਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਆਪਣੀ ਸ਼ਿਕਾਇਤ ਵਿੱਚ ਸੇਨ ਗੁਪਤਾ ਨੇ ਕਿਹਾ, ਭੂਮੀ ਸਟਾਫ ਬਹੁਤ ਮਦਦਗਾਰ ਅਤੇ ਮਦਦਗਾਰ ਸੀ।
ਅਤੇ ਮੈਨੂੰ ਜਹਾਜ਼ ਵਿੱਚ ਚੜ੍ਹਨ ਅਤੇ ਸੀਟ ਦੇ ਪਾਸੇ ਮੇਰਾ ਹੈਂਡਬੈਗ ਰੱਖਣ ਵਿੱਚ ਮਦਦ ਕੀਤੀ। ਇੱਕ ਵਾਰ ਫਲਾਈਟ ਦੇ ਅੰਦਰ ਮੈਂ 에ਅਰ ਹੋਸਟਸ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਆਪਣੀ ਸਿਹਤ ਬਾਰੇ ਦੱਸਿਆ। ਜਦੋਂ ਜਹਾਜ਼ ਰਵਾਨਾ ਹੋਣ ਵਾਲਾ ਸੀ ਤਾਂ ਇੱਕ ਫਲਾਈਟ ਅਟੈਂਡੈਂਟ ਨੇ ਮੈਨੂੰ ਬੈਗ ਨੂੰ ਓਵਰ ਹੈਡ ਬਿਨ 'ਚ ਰੱਖਣ ਲਈ ਕਿਹਾ। ਸਟਾਫ ਨੇ ਇਹ ਕਹਿ ਕੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਮੇਰਾ ਕੰਮ ਨਹੀਂ ਹੈ। ਮਦਦ ਲਈ ਬਾਰ-ਬਾਰ ਬੇਨਤੀ ਕਰਨ ਤੋਂ ਬਾਅਦ ਕੈਬਿਨ ਕਰੂ ਨੇ ਕਥਿਤ ਤੌਰ ਤੇ ਉਸ ਨੂੰ ਕਿਹਾ ਕਿ ਉਸ ਨੂੰ ਜਹਾਜ਼ ਤੋਂ ਉਤਾਰ ਦਿੱਤਾ ਜਾਏਗਾ ਅਤੇ ਕਪਤਾਨ ਨੇ ਵੀ ਕੋਈ ਮਦਦ ਨਹੀਂ ਕੀਤੀ। ਚਾਲਕ ਦਲ ਦੇ ਮੈਂਬਰਾਂ ਨੇ ਮੈਨੂੰ ਬਾਰ-ਬਾਰ ਬੈਗ ਚੁੱਕਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਯਾਤਰੀਆਂ ਦੀ ਮਦਦ ਕਰਨਾ ਉਹਨਾਂ ਦਾ ਕੰਮ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਰਤ ਵਿੱਚ 에ਅਰਲਾਈਨ ਦੇ ਦਫ਼ਤਰ ਨੇ ਉਸ ਨੂੰ ਮੇਲ ਕੀਤਾ ਕਿ ਅਸੀਂ ਯਾਤਰੀ ਦੀ ਸਥਿਤੀ ਨੂੰ ਸਮਝਦੇ ਹਾਂ, ਪਰ ਅਸੀਂ ਦਿਲੋਂ ਮਾਫੀ ਚਾਹੁੰਦੇ ਹਾਂ। ਕੈਨੇਡਾ ਵਿੱਚ ਭੀੜ ਤੇ ਕਾਬੂ ਪਾਉਣ ਦੇ ਲਈ ਪੁਲਿਸ ਵੱਲੋਂ ਵਰਤੇ ਜਾਂਦੇ 2 ਯੰਤਰਾਂ ਸਪੰਜ ਰਾਉਂਡ ਅਤੇ CS ਗੈਸ ਦੀ ਵਰਤੋਂ ਤੇ ਪਾਬੰਦੀ ਲੱਗ ਸਕਦੀ ਹੈ, ਕਿਉਂਕਿ ਫੈਡਰਲ ਸਰਕਾਰ ਨੇ RCMP ਨੂੰ ਦੇਸ਼ ਭਰ ਵਿੱਚ ਇਹਨਾਂ ਦੋਵਾਂ ਯੰਤਰਾਂ ਤੇ ਬੈਨ ਲਗਾਉਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਅਜੇ ਪੁਲਿਸ ਵੱਲੋਂ ਇਸ ਸੰਬੰਧੀ ਕੋਈ ਟਿੱਪਣੀ ਪੈਨਸਿਲਵੇਨੀਆ ਸਟੇਟ ਬਾਰਡਰ ਨੇੜੇ ਉੱਤਰ ਪੂਰਬੀ ਓਯੋ 'ਚ ਇੱਕ ਰੇਲ ਗੱਡੀ ਪਟੜੀ ਤੋਂ ਉਤਰ ਗਈ, ਜਿਸ ਉਪਰੰਤ ਉਸ ਨੂੰ ਭਿਆਨਕ ਅੱਗ ਲੱਗ ਗਈ। ਮੇਅਰ ਟ੍ਰੈਂਟ ਖੋਨਾਵੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ ਯੰਗਸਟਾਊਨ ਦੇ ਦੱਖਣ 'ਚ ਤਕਰੀਬਨ 15 ਮੀਲ ਦੂਰ ਵਾਪਰੀ, ਪਰ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ। ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਦੇ ਅਨੁਸਾਰ ਰੇਲ ਗੱਡੀ ਦੇ 100 ਤੋਂ ਵੱਧ ਡੱਬੇ ਸੀ, ਜਿਨ੍ਹਾਂ ਵਿੱਚੋਂ 50 ਡੱਬੇ ਪਟੜੀ ਤੋਂ ਉਤਰ ਗਏ। ਇਹਨਾਂ ਵਿੱਚੋਂ 20 ਡੱਬਿਆਂ 'ਚ ਖਤਰਨਾਕ ਸਮੱਗਰੀ ਭਰੀ ਹੋਈ ਸੀ। ਬੋਰਡ ਦੇ ਮੈਂਬਰ ਮਾਈਕਲ ਗ੍ਰਾਹਮ ਨੇ ਕਿਹਾ ਕਿ ਟੈਂਕ ਕਾਰਾਂ 'ਚ ਵਿਨਾਇਲ ਕਲੋਰਾਈਡ ਭਰੀ ਹੋਈ ਸੀ, ਜੋ ਅੱਗ ਲੱਗਣ ਦਾ ਕਾਰਨ ਬਣੀ। ਰੇਲ ਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ ਸੰਬੰਧੀ ਮੁੱਢਲੀ ਰਿਪੋਰਟ ਆਉਣ ਵਿੱਚ 6 ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਟਵਿੱਟਰ ਅਤੇ ਟੈਸਲਾ ਦੇ CEO ਐਲਨ ਮਸਕ ਨੇ ਕਿਹਾ ਕਿ ਪਿਛਲੇ 3 ਮਹੀਨੇ ਮੁਸ਼ਕਲ ਨਾਲ ਸਨ, ਕਿਉਂਕਿ ਉਹਨਾਂ ਨੂੰ ਸੋਸ਼ਲ ਮੀਡੀਆ ਦਿੱਗਜ ਨੂੰ ਦਿਵਾਲੀਆਪਨ ਤੋਂ ਬਚਾਉਣਾ ਸੀ ਅਤੇ ਟੈਸਲਾ ਅਤੇ ਸਪੇਸਐਕਸ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਪਟਾਉਣਾ ਸੀ। ਮਸਕ ਨੇ ਇੱਕ ਟਵੀਟ ਦੇ ਜਵਾਬ ਵਿੱਚ ਇਹ ਗੱਲਾਂ ਕਹੀਆਂ। ਅਮਰੀਕੀ ਮੈਗਜ਼ੀਨ ਵਾਲ ਸਟਰੀਟ ਜਰਨਲ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ, ਪਿਛਲੇ 3 ਮਹੀਨੇ ਬਹੁਤ ਮੁਸ਼ਕਲ ਸਨ, ਕਿਉਂਕਿ ਟਵਿੱਟਰ ਨੂੰ ਟੈਸਲਾ ਅਤੇ ਸਪੇਸਐਕਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਦਿਵਾਲੀਏਪੁਣੇ ਤੋਂ ਬਚਣਾ ਪਿਆ। ਟਵਿੱਟਰ ਨੂੰ ਅਜੇ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਹ ਹੁਣ ਬ੍ਰੇਕ ਈਵਨ ਵੱਲ ਵੱਧ ਰਿਹਾ ਹੈ। ਇਸ ਦੇ ਨਾਲ ਹੀ ਜਨਤਾ ਦਾ ਸਹਿਯੋਗ ਬਹੁਤ ਹੀ ਸ਼ਲਾਘਾਯੋਗ ਹੈ। ਇਸ ਦੇ ਨਾਲ ਹੀ ਉਹਨਾਂ ਨੇ ਅਗਲੇ ਟਵੀਟ ਵਿੱਚ ਟਵਿੱਟਰ ਦਾ ਸਮਰਥਨ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ। ਇੱਕ ਅਮਰੀਕੀ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਸਕ ਨੇ 2022 ਵਿੱਚ 44 ਬਿਲੀਅਨ 'ਚ ਟਵਿੱਟਰ ਨੂੰ ਹਾਸਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀ ਦੇ ਮੁਨਾਫੇ 'ਚ ਵੱਡੀ ਕਮੀ ਦੇਖੀ। ਇਸ ਤੋਂ ਤੁਰੰਤ ਬਾਅਦ ਮਸਕ ਨੇ ਕੰਪਨੀ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਲਈ ਵੱਡੇ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ। ਟਵਿੱਟਰ ਦਾ ਚਾਰਜ ਸੰਭਾਲਣ ਤੋਂ ਬਾਅਦ ਮਸਕ ਨੇ ਕੰਪਨੀ 'ਚ ਵੱਡੇ ਬਦਲਾਅ ਕਰਨੇ ਸ਼ੁਰੂ ਕੀਤੇ ਹੋਏ ਨੇ। ਸਭ ਤੋਂ ਪਹਿਲਾਂ ਅੱਧੇ ਦੇ ਕਰੀਬ ਮੁਲਾਜ਼ਮਾਂ ਨੂੰ ਆਪਣੇ ਪਾਸੇ ਤੋਂ ਕੱਢ ਦਿੱਤਾ ਗਿਆ। ਮਸਕ ਨੇ ਇਸ ਪਿੱਛੇ ਦਲੀਲ ਦਿੱਤੀ ਕਿ ਇਸ ਨਾਲ ਕੰਪਨੀ ਨੂੰ ਰੋਜ਼ਾਨਾ $4 ਮਿਲੀਅਨ ਦੀ ਬਚਤ ਹੋਏਗੀ। ਅਮਰੀਕਾ ਵਿਖੇ ਹਾਰਵਰਡ ਲਾਅ ਰਿਵਿਊ ਨੇ ਅਪਸਰਾ ਆਇਰ ਨੂੰ ਆਪਣੀ 137ਵੀਂ ਪ੍ਰਧਾਨ ਚੁਣਿਆ ਹੈ, ਜਿਸ ਨਾਲ ਉਹ ਆਪਣੇ 136 ਸਾਲਾਂ ਦੇ ਇਤਿਹਾਸ ਵਿੱਚ ਇਸ ਵਕਾਰੀ ਪ੍ਰਕਾਸ਼ਨ ਦੇ ਮੁਖੀ ਬਣਨ ਵਾਲੇ ਪਹਿਲੇ ਭਾਰਤੀ ਅਮਰੀਕੀ ਔਰਤ ਬਣ ਗਏ ਨੇ। 29 ਸਾਲਾ ਹਾਰਵਰਡ ਲਾਅ ਸਕੂਲ ਦੀ ਵਿਦਿਆਰਥਣ, ਜੋ ਕਿ 2018 ਤੋਂ ਕਲਾ ਅਪਰਾਧ ਅਤੇ ਦੇਸ਼ ਹਵਾਲਗੀ ਦੀ ਜਾਂਚ ਕਰ ਰਹੀ ਹੈ, ਪ੍ਰਿਸਿਲਾ ਕੋਰਨਾਡੋ ਦੀ ਜਗ੍ਹਾ ਲਏਗੀ। ਇੱਥੇ ਦੱਸ ਦਈਏ ਕਿ ਹਾਰਵਰਡ ਲਾਅ ਰਿਵਿਊ ਹਾਰਵਰਡ ਲਾਅ ਸਕੂਲ ਦੇ ਇੱਕ ਸੁਤੰਤਰ ਵਿਦਿਆਰਥੀ ਸਮੂਹ ਦੁਆਰਾ ਪ੍ਰਕਾਸ਼ਿਤ ਇੱਕ ਕਾਨੂੰਨ ਸਮੀਖਿਆ ਹੈ। ਆਇਰ ਨੇ ਆਪਣੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਇਸ ਬਿਆਨ ਵਿੱਚ ਕਿਹਾ ਕਿ ਮੈਂ ਪ੍ਰਿਸਿਲਾ ਦੇ ਕੁਸ਼ਲ ਪ੍ਰਬੰਧਨ, ਦਇਆ ਅਤੇ ਭਾਈਚਾਰਿਆਂ ਦਾ ਨਿਰਮਾਣ ਕਰਨ ਦੀ ਸਮਰੱਥਾ ਤੋਂ ਪ੍ਰੇਰਿਤ ਹਾਂ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਖੰਡ 137 ਉਸ ਦੀ ਵਿਰਾਸਤ ਵਿੱਚ ਪ੍ਰਾਪਤ ਕੀਤਾ ਹੈ ਅਤੇ ਮੈਂ ਇਸ ਨੂੰ ਜਾਰੀ ਰੱਖਣ ਦੇ ਲਈ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਅਗਲੇ ਸਾਲ ਵਿੱਚ ਇਸ ਮਹੱਤਵਪੂਰਨ ਕੰਮ ਨੂੰ ਹੋਰ ਅੱਗੇ ਵਧਾਇਆ ਜਾਏਗਾ। ਇੱਥੇ ਦੱਸ ਦਈਏ ਕਿ ਅਈਅਰ ਨੇ ਏਲ ਤੋਂ 2016 ਵਿੱਚ BA ਅਰਥ ਸ਼ਾਸਤਰ ਤੇ ਗਣਿਤ ਅਤੇ ਸਪੈਨਿਸ਼ ਵਿੱਚ ਕੀਤੀ। ATU ਵਿਖੇ ਉਸਨੇ ਕਲਾ ਅਪਰਾਧ ਦੀ ਜਾਂਚ ਕੀਤੀ ਅਤੇ ਅੰਤਰਰਾਸ਼ਟਰੀ ਅਤੇ ਸੰਘੀ ਕਾਨੂੰਨ ਐਨਫੋਰਸਮੈਂਟ ਅਥਾਰਟੀਆਂ ਦੇ ਨਾਲ ਤਾਲਮੇਲ ਕਰਕੇ 15 ਵੱਖ-ਵੱਖ ਦੇਸ਼ਾਂ ਤੋਂ ਚੋਰੀ ਕੀਤੀਆਂ ਗਈਆਂ 1100 ਤੋਂ ਵੱਧ ਕਲਾਕ੍ਰਿਤੀਆਂ ਨੂੰ ਵਾਪਸ ਭੇਜਿਆ। ਅਈਅਰ ਨੇ 2020 ਦੇ ਵਿੱਚ ਹਾਰਵਰਡ ਲਾਅ ਸਕੂਲ ਵਿੱਚ ਦਾਖਲਾ ਲਿਆ। ਇੱਥੇ ਉਹ ਇੰਟਰਨੈਸ਼ਨਲ ਹਿਊਮਨ ਰਾਈਟਸ ਕਲੀਨਿਕ ਵਿੱਚ ਇੱਕ ਵਿਦਿਆਰਥੀ ਹੈ ਅਤੇ ਸਾਊਥ ਏਸ਼ੀਅਨ ਲਾਅ ਸਟੂਡੈਂਟਸ ਐਸੋਸੀਏਸ਼ਨ ਦੀ ਮੈਂਬਰ ਹੈ। ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ,
ਪੱਤਰਕਾਰ ਦੇ ਪਹਿਲੇ ਗੈਰ ਗੋਰੇ ਰਾਸ਼ਟਰਪਤੀ ਸਨ। ਕਪੂਰਥਲਾ ਦੇ ਢਿਲਵਾਂ ਖੇਤਰ ਵਿੱਚ ਜਨਵਰੀ 2023 ਵਿੱਚ ਪਿਤਾ ਨੂੰ ਅਗਵਾ ਕਰਕੇ ਉਸ ਦੇ ਵਿਦੇਸ਼ ਰਹਿੰਦੇ ਪੁੱਤਰ ਕੋਲੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਰੋਹ ਦਾ ਕਪੂਰਥਲਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਮੁਲਜ਼ਮ ਕੋਲੋਂ 950 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ, ਜਦੋਂ ਕਿ 5 ਹਥਿਆਰ, ਬੁਲੇਟ ਪ੍ਰੂਫ ਜੈਕਟ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਅੱਜ ਇਸ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ। ਦੂਜੇ ਪਾਸੇ ਜਾਣਕਾਰੀ ਮਿਲੀ ਹੈ ਕਿ ਥਾਣਾ ਢਿਲਵਾਂ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਥਾਣਾ ਢਿਲਵਾਂ ਦੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਰਾਜਵੀਰ ਕੌਰ ਵਾਸੀ ਪਿੰਡ ਗਾਜੀ ਗੁਡਾਣਾ ਨੇ ਦੱਸਿਆ ਕਿ ਉਸ ਦੇ ਪਤੀ ਲਖਵਿੰਦਰ ਸਿੰਘ ਨੂੰ ਗੁਰਕਵਾਲ ਸਿੰਘ ਵਾਸੀ ਪਿੰਡ ਗਾਜੀ ਗੁਡਾਣਾ ਨੇ ਅਗਵਾ ਕਰ ਲਿਆ ਹੈ ਅਤੇ ਉਸ ਦੇ ਅਮਰੀਕਾ ਰਹਿੰਦੇ ਪੁੱਤਰ ਸੁਖਜਿੰਦਰ ਸਿੰਘ ਨੂੰ ਫੋਨ ਕਰਕੇ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। 3 ਕਰੋੜ ਰੁਪਏ ਦੀ ਫਿਰੌਤੀ ਦੀ ਨਾ ਦੇਣ ਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ, ਜਿਸ ਦੇ ਖਿਲਾਫ ਪੁਲਿਸ ਨੇ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਸਾਲ 2023 ਦੇ ਸੰਗੀਤ ਅਵਾਰਡ ਪ੍ਰੋਗਰਾਮ ਗ੍ਰੈਮੀ ਅਵਾਰਡਸ ਵਿੱਚ ਇੱਕ ਵਾਰ ਫਿਰ ਭਾਰਤ ਦਾ ਝੰਡਾ ਲਹਿਰਾਇਆ ਗਿਆ ਹੈ। ਦਰਅਸਲ ਬੈਂਗਲੁਰੂ ਦੇ ਸੰਗੀਤਕਾਰ ਰਿਕੀ ਕੇਸ ਨੇ ਆਪਣਾ ਤੀਜਾ ਗ੍ਰੈਮੀ ਅਵਾਰਡ ਜਿੱਤਿਆ ਹੈ। ਰਿਕੀ ਨੂੰ ਇਸ ਅਵਾਰਡ ਦੇ ਨਾਲ ਉਹਨਾਂ ਦੀ ਐਲਬਮ ਡਿਵਾਈਨ ਟਾਈਡਸ ਲਈ ਸਨਮਾਨਿਤ ਕੀਤਾ ਗਿਆ ਹੈ। ਅਮਰੀਕਾ 'ਚ ਜਨਮੇ ਸੰਗੀਤਕਾਰ ਨੇ ਮਸ਼ਹੂਰ ਬ੍ਰਿਟਿਸ਼ ਰੌਕ ਬੈਂਡ ਦਾ ਪੁਲਿਸ ਦੇ ਡਰਮਰ ਸਟੀਵਰਟ ਕੌਪਲੈਂਡ ਨਾਲ ਪੁਰਸਕਾਰ ਸਾਂਝਾ ਕੀਤਾ। ਸਟੀਵਰਟ ਕੌਪਲੈਂਡ ਨੇ ਇਸ ਐਲਬਮ ਤੇ ਰਿਕੀ ਨਾਲ ਸਹਿਯੋਗ ਕੀਤਾ ਹੈ। 65ਵੇਂ ਗ੍ਰੈਮੀ ਅਵਾਰਡਸ ਵਿੱਚ ਦੋਵਾਂ ਨੇ ਸਰਵੋਤਮ ਇਮਰਸਿਵ ਆਡੀਓ ਐਲਬਮ ਸ਼੍ਰੇਣੀ ਵਿੱਚ ਗ੍ਰੈਮੋਫੋਨ ਟਰਾਫੀ ਜਿੱਤੀ ਹੈ। ਪ੍ਰਸਿੱਧ ਸੰਗੀਤਕਾਰ ਰਿਕੀ ਕ੍ਰੇਸ ਨੇ ਇਹ ਪੁਰਸਕਾਰ ਪਹਿਲੀ ਵਾਰ ਸਾਲ 2015 'ਚ ਆਪਣੀ ਐਲਬਮ ਵਿੰਡਸ ਆਫ ਸਮਸਾਰਾ ਵਿੱਚ ਲਈ ਜਿੱਤਿਆ ਸੀ। 2015 'ਚ ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਰਿਕੀ ਨੇ ਇੱਕ ਵਾਰ ਫਿਰ ਸਾਲ 2022 ਦੇ ਵਿੱਚ ਸਟੀਵਰਟ ਕੌਪਲੈਂਡ ਨਾਲ ਐਲਬਮ ਡਿਵਾਈਨ ਟਾਈਡਸ ਲਈ ਬੈਸਟ ਨਿਊ ਏਜ ਐਲਬਮ ਦੀ ਸ਼੍ਰੇਣੀ 'ਚ ਗ੍ਰੈਮੀ ਪੁਰਸਕਾਰ ਪ੍ਰਾਪਤ ਕੀਤਾ ਸੀ। ਅਮਰੀਕਾ ਦੇ ਪੈਂਸਿਲਵੇਨੀਆ 'ਚ 9 ਸਾਲਾਂ ਦੇ ਬੱਚੇ ਨੇ ਚਮਤਕਾਰ ਕਰਕੇ ਦਿਖਾਇਆ। 9 ਸਾਲ ਦਾ ਲੜਕਾ ਹਾਈ ਸਕੂਲ ਤੋਂ ਸਭ ਤੋਂ ਘੱਟ ਉਮਰ ਦੇ ਗ੍ਰੈਜੂਏਟਸ ਵਿੱਚੋਂ ਇੱਕ ਬਣ ਗਿਆ ਹੈ। ਇਸ ਦੇ ਨਾਲ ਹੀ ਉਸਨੇ ਕਾਲਜ ਦੀ ਡਿਗਰੀ ਲਈ ਕ੍ਰੈਡਿਟ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਇਸ 9 ਸਾਲ ਦੇ ਬੱਚੇ ਦਾ ਨਾਮ ਡੇਵਿਡ ਬਲੌਗਨ ਹੈ। ਡੇਵਿਡ ਨੇ ਡਿਸਟੈਂਸ ਲਰਨਿੰਗ ਰਾਹੀਂ ਹੈਟਸਬਰਗ ਦੇ ਰੀਚ ਸਾਈਬਰ ਚਾਰਟਰ ਸਕੂਲ ਤੋਂ ਆਪਣਾ ਡਿਪਲੋਮਾ ਹਾਸਲ ਕੀਤਾ। ਦਾ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ ਡੇਵਿਡ ਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਬਹੁਤ ਸਾਰੇ ਪਸੰਦੀਦਾ ਅਧਿਆਪਕਾਂ ਤੇ ਵਿਗਿਆਨ ਅਤੇ ਕੰਪਿਊਟਰ ਪ੍ਰੋਗਰਾਮਿੰਗ ਲਈ ਉਸਦੇ ਪਿਆਰ ਨੂੰ ਦਿੱਤਾ। ਡੇਵਿਡ ਨੇ ਪੈਂਸਿਲਵੇਨੀਆ ਦੇ ਇੱਕ ਟੀਵੀ ਚੈਨਲ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਪਹਿਲਾਂ ਹੀ ਜਾਣਦਾ ਹੈ ਕਿ ਉਸ ਨੂੰ ਰੋਜ਼ੀ ਰੋਟੀ ਲਈ ਕੀ ਕਰਨਾ ਚਾਹੀਦਾ ਹੈ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ, ਮੈਂ ਇੱਕ ਖਗੋਲ ਭੌਤਿਕ ਵਿਗਿਆਨੀ ਬਣਨਾ ਚਾਹੁੰਦਾ ਹਾਂ ਅਤੇ ਮੈਂ ਬਲੈਕ ਹੋਲ ਅਤੇ ਸੁਪਰਨੋਵਾ ਦਾ ਅਧਿਐਨ ਕਰਨਾ ਚਾਹੁੰਦਾ ਹਾਂ। ਭਾਵੇਂ ਡੇਵਿਡ ਦੇ ਮਾਤਾ-ਪਿਤਾ ਕੋਲ ਐਡਵਾਂਸ ਡਿਗਰੀਆਂ ਨੇ, ਪਰ ਉਹ ਮੰਨਦੇ ਨੇ ਕਿ ਅਜਿਹੇ ਉੱਤਮ ਦਿਮਾਗ ਵਾਲੇ ਬੱਚੇ ਦੀ ਪਰਵਰਿਸ਼ ਕਰਨਾ ਮੁਸ਼ਕਿਲ ਹੈ। ਚੈਨਲ ਨਾਲ ਗੱਲਬਾਤ ਕਰਦਿਆਂ ਡੇਵਿਡ ਦੀ ਮਾਂ ਰੋਨੀਆ ਨੇ ਕਿਹਾ ਕਿ ਉਹ 9 ਸਾਲ ਦਾ ਬੱਚਾ ਹੈ ਜਿਸ ਦੇ ਦਿਮਾਗ 'ਚ ਕਈ ਧਾਰਨਾਵਾਂ ਨੂੰ ਸਮਝਣ ਦੀ ਸਮਰੱਥਾ ਹੈ ਜੋ ਉਸ ਦੀ ਉਮਰ ਤੋਂ ਪਰੇ ਹੈ ਅਤੇ ਕਈ ਵਾਰ ਮੇਰੀ ਸਮਝ ਤੋਂ ਪਰੇ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਆਪਣੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਨਾਲ ਵਿਆਪਕ ਗੱਲਬਾਤ ਕਰਨ ਲਈ ਉਹ ਸੋਮਵਾਰ ਤੋਂ 2 ਦਿਨਾਂ ਦੇ ਭਾਰਤ ਦੌਰੇ ਤੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਦੋਵਾਂ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਣੀ ਹੈ। ਉਹਨਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਨੂੰ ਹੁਲਾਰਾ ਦੇਣ ਤੋਂ ਇਲਾਵਾ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਵੱਧ ਰਹੀ ਫੌਜੀ ਸ਼ਕਤੀ ਨੂੰ ਲੈ ਕੇ ਵੱਧ ਰਹੀ ਵਿਸ਼ਵ ਚਿੰਤਾ ਦੇ ਪਿਛੋਕੜ ਵਿੱਚ ਇਸ ਖੇਤਰ 'ਚ ਸਹਿਯੋਗ ਤੇ ਧਿਆਨ ਦੇਣ ਦੀ ਵੀ ਉਮੀਦ ਹੈ। ਕੈਨੇਡਾ ਨੇ ਨਵੰਬਰ ਵਿੱਚ ਹਿੰਦ ਪ੍ਰਸ਼ਾਂਤ ਲਈ ਇੱਕ ਵਿਆਪਕ ਰਣਨੀਤੀ ਬਣਾਈ ਸੀ ਜਿਸ ਦਾ ਉਦੇਸ਼ ਇਸ ਖੇਤਰ ਵਿੱਚ ਸ਼ਾਂਤੀ, ਲਚਕੀਲਾਪਣ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਸੀ। ਕੈਨੇਡਾ ਦੀ ਹਿੰਦ ਪ੍ਰਸ਼ਾਂਤ ਰਣਨੀਤੀ ਨੇ ਵੀ ਭਾਰਤ ਨੂੰ ਇਸ ਖੇਤਰ ਵਿੱਚ ਇੱਕ ਪ੍ਰਮੁੱਖ ਦੇਸ਼ ਵਜੋਂ ਸੂਚੀਬੱਧ ਕੀਤਾ ਅਤੇ ਕਿਹਾ ਕਿ ਓਟਾਵਾ ਨਵੀਂ ਦਿੱਲੀ ਨਾਲ ਆਰਥਿਕ ਸੰਬੰਧਾਂ ਨੂੰ ਵਧਾਉਣ ਤੇ ਧਿਆਨ ਕੇਂਦਰਿਤ ਕਰੇਗਾ। ਟੋਰਾਂਟੋ ਵਿੱਚ 2 ਗੱਡੀਆਂ ਦੀ ਭਿਆਨਕ ਟੱਕਰ ਹੋਣ ਕਾਰਨ ਇੱਕ 50 ਸਾਲਾ ਔਰਤ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਹਾਦਸਾ ਡੈਵਿਸਵਿਲੇ ਏਰੀਆ ਵਿੱਚ ਯੋਂਗ ਅਤੇ ਮਰਡਨ ਸਟਰੀਟਸ ਖੇਤਰ 'ਚ ਵਾਪਰਿਆ। ਕੈਨੇਡਾ 'ਚ ਕਾਮਾਗਾਟਾ ਮਾਰੂ ਘਟਨਾ ਦੀ ਯਾਦਗਾਰ ਤੋਂ 2021 ਤੋਂ ਲੈ ਕੇ ਹੁਣ ਤੱਕ 3 ਹਮਲੇ ਹੋ ਚੁੱਕੇ ਨੇ, ਪਰ ਇਸੇ ਵਿਚਕਾਰ ਹੁਣ ਇੱਕ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਐਬਸਟਫੋਰਡ ਵਿੱਚ ਸੜਕ ਦੇ ਇੱਕ ਹਿੱਸੇ ਦਾ ਨਾਮ ਕਾਮਾਗਾਟਾ ਮਾਰੂ ਵੇ ਰੱਖਿਆ ਜਾ ਰਿਹਾ। ਐਬਸਟਫੋਰਡ ਵਿੱਚ ਇੱਕ ਸੜਕ ਦੇ ਹਿੱਸੇ ਦਾ ਨਾਮ ਉਹਨਾਂ 376 ਭਾਰਤੀਆਂ ਦੀ ਯਾਦ ਵਿੱਚ ਕਾਮਾਗਾਟਾ ਮਾਰੂ ਵੇ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ 1914 ਵਿੱਚ ਭਾਰਤ ਤੋਂ ਕੈਨੇਡਾ ਗਏ ਸੀ।
ਪਰ ਉਸ ਵੇਲੇ ਦੀਆਂ ਮਾੜੀਆਂ ਨੀਤੀਆਂ ਕਾਰਨ ਉਹਨਾਂ ਨੂੰ ਵੈਨਕੂਵਰ ਦੀ ਬੰਦਰਗਾਹ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਸੀ। ਕਾਮਾਗਾਟਾ ਮਾਰੂ ਕਾਂਡ ਵਿੱਚ ਜਾਪਾਨੀ ਭਾਫ ਜਹਾਜ਼ ਕਾਮਾਗਾਟਾ ਮਾਰੂ ਸ਼ਾਮਲ ਸੀ, ਜਿਸ ਵਿੱਚ 376 ਭਾਰਤੀ ਯਾਤਰੀ, ਜਿਨ੍ਹਾਂ 'ਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਵਾਰ ਸੀ। 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਬ੍ਰਿਟਿਸ਼ ਕੋਲੰਬੀਆ ਦੇ ਤੱਟ ਵੱਲ ਰਵਾਨਾ ਹੋਇਆ ਸੀ। ਇਹ ਯਾਤਰੀ ਨਵੇਂ ਘਰ ਅਤੇ ਆਰਥਿਕ ਸੁਰੱਖਿਆ ਦੀ ਭਾਲ 'ਚ ਸਨ। ਜਹਾਜ਼ ਦੇ ਪਹੁੰਚਣ ਤੇ ਪ੍ਰਵਾਸੀਆਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਕੋਲਕਾਤਾ ਦੇ ਵੱਜ ਵਾਪਸ ਜਾਣ ਦੇ ਲਈ ਮਜਬੂਰ ਕੀਤਾ ਗਿਆ। ਜਦੋਂ ਉਹ ਕੋਲਕਾਤਾ ਪਹੁੰਚੇ ਤਾਂ ਭਾਰਤੀ ਇੰਪੀਰੀਅਲ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਯਾਤਰੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਪੁਲਿਸ ਦੀ ਗੋਲੀਬਾਰੀ 'ਚ 22 ਲੋਕਾਂ ਦੀ ਮੌਤ ਹੋ ਗਈ। ਕੌਂਸਲਰ ਡੇਵ ਸਿੱਧੂ ਨੇ ਦੱਸਿਆ ਕਿ ਇਹ ਕਦਮ 1914 'ਚ ਕਾਮਾਗਾਟਾ ਮਾਰੂ ਤੇ ਸਵਾਰ ਯਾਤਰੀਆਂ ਦੇ ਵੰਸ਼ਜਾਂ ਦੀ ਬੇਨਤੀ ਤੇ ਉਠਾਇਆ ਗਿਆ ਹੈ, ਜਿਨ੍ਹਾਂ ਨੇ ਪਿਛਲੇ ਕੌਂਸਲ ਨੂੰ ਉਕਤ ਘਟਨਾ ਦੀ ਸਦੀਵੀ ਯਾਦ ਸਥਾਪਿਤ ਕਰਨ ਦੇ ਲਈ ਕਿਹਾ ਸੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਮਜ਼ਬੂਤ ਸੰਦੇਸ਼ ਯਕੀਨੀ ਬਣਾਉਣ ਲਈ ਦਿੱਤਾ ਜਾਏ ਕਿ ਕਿਵੇਂ ਸਾਡੇ ਕੋਲ ਹਰੇਕ ਲਈ ਇੱਕ ਨਿਆਂਪੂਰਨ ਸਮਾਜ ਹੋਏ। ਕੈਨੇਡਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ। ਪੰਜਾਬ ਦੇ ਰੋਪੜ ਤੋਂ ਰੋਜ਼ੀ ਰੋਟੀ ਦੀ ਭਾਲ ਵਿੱਚ ਕੈਨੇਡਾ ਗਏ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਕਾਰਨ ਵਿਅਕਤੀ ਦੀ ਮੌਤ ਹੋਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਹੁਸੈਨਪੁਰ ਜ਼ਿਲ੍ਹਾ ਰੋਪੜ ਵਜੋਂ ਹੋਈ ਹੈ। ਉਕਤ ਵਿਅਕਤੀ ਦੇ 2 ਬੱਚੇ ਨੇ। ਜਾਣਕਾਰੀ ਦੇ ਅਨੁਸਾਰ ਗੁਰਪ੍ਰੀਤ ਸਿੰਘ ਕਰੀਬ 2 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਅਚਾਨਕ ਪਏ ਦਿਲ ਦੇ ਦੌਰੇ ਕਾਰਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਇਸ ਦੁਖਦਾਈ ਖਬਰ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਸੋਗ ਦੀ ਲਹਿਰ ਛਾ ਗਈ ਹੈ। ਇਸ ਘਟਨਾ ਦੀ ਸੂਚਨਾ ਮਗਰੋਂ ਪਰਿਵਾਰਕ ਮੈਂਬਰਾਂ ਦੀ ਹਾਲਤ ਬਹੁਤ ਖਰਾਬ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕੈਨੇਡਾ 'ਚ ਲਗਾਤਾਰ ਪੰਜਾਬੀ ਨੌਜਵਾਨ ਦਿਲ ਦਾ ਦੌਰਾ ਪੈਣ ਨਾਲ ਮਰ ਰਹੇ ਨੇ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦਾ ਦੇਹਾਂਤ ਹੋਣ ਦੀ ਖਬਰ ਔਰ ਪਾਕਿਸਤਾਨੀ ਮੀਡੀਆ ਦੇ ਮੁਤਾਬਕ ਸੂਤਰਾਂ ਦੇ ਹਵਾਲੇ ਨਾਲ ਐਤਵਾਰ ਨੂੰ ਇਹ ਖਬਰ ਮਿਲੀ ਸੀ। ਮੁਸ਼ੱਫਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਦੁਬਈ ਦੇ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਪਰਵੇਜ਼ ਮੁਸ਼ਰਫ ਦੀ ਆਖਰੀ ਵੀਡੀਓ ਸਾਹਮਣੇ ਆਈ ਸੀ, ਜਿਸ ਤੋਂ ਪਤਾ ਚੱਲਦਾ ਸੀਗਾ ਕਿ ਉਹ ਤੁਰਨ ਫਿਰਨ ਤੋਂ ਅਸਮਰੱਥ ਸੀਗੇ। ਉਹ ਪੂਰੀ ਤਰ੍ਹਾਂ ਵੀਲਚੇਅਰ ਤੇ ਨਿਰਭਰ ਸਨ ਅਤੇ ਖਾਣਾ ਵੀ ਨਹੀਂ ਖਾ ਸਕਦੇ ਸਨ। ਪਰਵੇਜ਼ ਮੁਸ਼ਰਫ ਦਾ ਜਨਮ 11 ਅਗਸਤ 1943 ਨੂੰ ਦਰਿਆਗੰਜ ਨਵੀਂ ਦਿੱਲੀ 'ਚ ਹੋਇਆ। 1947 ਵਿੱਚ ਉਹਨਾਂ ਦੇ ਪਰਿਵਾਰ ਨੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਉਹਨਾਂ ਦਾ ਪੂਰਾ ਪਰਿਵਾਰ ਵੰਡ ਤੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਪਹੁੰਚ ਗਿਆ। ਉਸਦੇ ਪਿਤਾ ਸਾਇਦ ਨਵੀਂ ਪਾਕਿਸਤਾਨੀ ਸਰਕਾਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਵਿਦੇਸ਼ ਮੰਤਰਾਲਾ ਨਾਲ ਜੁੜ ਗਏ ਸਨ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦੀ ਮ੍ਰਿਤਕ ਦੇ ਪਾਕਿਸਤਾਨ ਲਿਆਂਦੀ ਜਾਏਗੀ। ਖਬਰਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਦੁਬਈ ਵਿੱਚ ਦੇਸ਼ ਦੇ ਕੌਂਸਲੇਟ ਜਨਰਲ ਨੇ ਐਤਵਾਰ ਨੂੰ ਸਾਬਕਾ ਫੌਜੀ ਸ਼ਾਸਕ ਦੇ ਮ੍ਰਿਤਕ ਸਰੀਰ ਨੂੰ ਉਸਦੇ ਦੇਸ਼ ਵਾਪਸ ਭੇਜਣ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕੀਤਾ ਔਰ 1999 ਦੀ ਕਾਰਗਿਲ ਜੰਗ ਦੀ ਸਾਜ਼ਿਸ਼ ਰਚਣ ਵਾਲੇ ਮੁਸ਼ਰਫ ਦੀ ਕਈ ਸਾਲਾਂ ਤੱਕ ਲਾਇਲਾਜ ਬਿਮਾਰੀ ਨਾਲ ਜੂਝਣ ਤੋਂ ਬਾਅਦ ਐਤਵਾਰ ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਯੂਕਰੇਨ ਵਿੱਚ ਪਹਿਲਾਂ ਹੀ ਰੂਸ ਵੱਲੋਂ ਚੱਲੀ ਆ ਰਹੀ ਜੰਗ ਨੇ ਤਬਾਹੀ ਮਚਾਈ ਹੋਈ ਹੈ। ਉੱਤੋਂ ਬੰਦਰਗਾਹ ਸ਼ਹਿਰ ਉਡੇਸਾ ਵਿੱਚ ਇੱਕ ਬਿਜਲੀ ਸਬ ਸਟੇਸ਼ਨ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰਾ ਸਿਸਟਮ ਠੱਪ ਹੋ ਗਿਆ। ਕਰੀਬ 5 ਲੱਖ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਠੀਕ ਕਰਨ ਵਿੱਚ ਕਈ ਹਫ਼ਤੇ ਲੱਗ ਸਕਦੇ ਨੇ। ਇਸ ਦੌਰਾਨ ਯੂਕਰੇਨ ਨੇ ਤੁਰਕੀ ਨੂੰ ਮਦਦ ਦੀ ਅਪੀਲ ਕੀਤੀ ਹੈ। ਉਸ ਨੂੰ ਕਾਲੇ ਸਾਗਰ ਰਾਹੀਂ ਹਾਈ ਪਾਵਰ ਜਨਰੇਟਰ ਭੇਜਣ ਲਈ ਕਿਹਾ ਗਿਆ। ਉਡੇਸਾ 'ਚ ਕੜਾਕੇ ਦੀ ਠੰਡ ਕਾਰਨ ਪਾਰਾ -2 ਡਿਗਰੀ ਤੱਕ ਪਹੁੰਚ ਗਿਆ। ਇਸ ਦੌਰਾਨ ਬਿਜਲੀ ਨਾ ਆਉਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਸਟੇਟ ਗ੍ਰਿਡ ਆਪਰੇਟਰ ਦੇ CEO ਵਲਾਦੀਮੀਰ ਕੁਦਰਸਤਕੀ ਨੇ ਦੱਸਿਆ ਕਿ ਰੂਸੀ ਹਮਲਿਆਂ ਕਾਰਨ ਪਹਿਲਾਂ ਹੀ ਸਾਰੇ ਉਪਕਰਨ ਕਮਜ਼ੋਰ ਹੋ ਗਏ ਸੀ। ਹੁਣ ਅੱਗ ਲੱਗਣ ਕਾਰਨ ਇਹ ਵਰਤੋਂਯੋਗ ਨਹੀਂ ਰਹੇ। ਉਹਨਾਂ ਨੇ ਕਿਹਾ ਕਿ ਜੇਕਰ ਰੂਸ ਨੇ ਹੋਰ ਹਮਲੇ ਕੀਤੇ ਤਾਂ ਸਥਿਤੀ ਹੋਰ ਵਿਗੜ ਜਾਏਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ।